ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਤਾਂ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਪੰਜਾਬ ਦੇ ਵਿੱਚ ਰੁਕੀਆਂ ਹੋਈਆਂ ਮਾਲ ਗੱਡੀਆਂ ਦੀ, ਜਿਨ੍ਹਾਂ ਤੇ ਰੋਕ ਅਜੇ ਵੀ ਬਰਕਰਾਰ ਹੈ। 12 ਨਵੰਬਰ ਤੱਕ ਨਹੀਂ ਦੌੜਨਗੀਆਂ ਮਾਲ ਗੱਡੀਆਂ। ਕਿਸਾਨ ਅੰਦੋਲਨ ਕਾਰਨ ਰੇਲਵੇ ਦਾ ਵੱਡਾ ਫੈਸਲਾ ਸਾਹਮਣੇ ਆਇਆ। ਪੰਜਾਬ ਸਰਕਾਰ ਨੇ ਟਰੈਕ ਖਾਲੀ ਹੋਣ ਦਾ ਦਾਅਵਾ ਕੀਤਾ ਹੈ। ਸਰਕਾਰ ਨੇ ਮਾਲ ਗੱਡੀਆਂ ਦੇ ਲਈ ਰੇਲਵੇ ਨੂੰ ਕਲੀਅਰੈਂਸ ਦਿੱਤੀ ਹੋਈ ਹੈ। ਰੇਲਵੇ ਨੇ ਸਿਰਫ ਮਾਲ ਗੱਡੀਆਂ ਚਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇ ਕਿ ਬੀਤੇ ਦਿਨ ਰੇਲਵੇ ਬੋਰਡ ਦੇ ਚੇਅਰਪਰਸਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਔਰ ਉਸ ਦੌਰਾਨ ਗੱਲ ਸਾਫ਼ ਕਰ ਦਿੱਤੀ ਗਈ ਸੀਗੀ ਸੂਬੇ ਦੇ ਵਿੱਚ ਸਿਰਫ ਮਾਲ ਗੱਡੀਆਂ ਨਹੀਂ ਚੱਲਣਗੀਆਂ। ਗੁੱਡਸ ਟ੍ਰੇਨ ਦੇ ਨਾਲ-ਨਾਲ ਪੈਸੇਂਜਰ ਟ੍ਰੇਨਸ ਨੂੰ ਹਰੀ ਝੰਡੀ ਮਿਲਣੀ ਵੀ ਜ਼ਰੂਰੀ ਹੈ, ਕਿਉਂਕਿ ਤਿਉਹਾਰਾਂ ਦਾ ਸੀਜ਼ਨ ਵੀ ਆ ਗਿਆ ਔਰ ਉਸ ਨੂੰ ਵੇਖਦਿਆਂ ਹੋਇਆਂ ਲੋਕਾਂ ਨੂੰ ट्रेन्स ਦੀ सेवा चाहिए है इस वेले। और इस दे नाल ही रेलवे बोर्ड का जवाब बिल्कुल साफ सी कि किसी नूं भी कोई अथॉरिटी नहीं है कि रेलवे के रूल्स दे विच किसी तरह की कोई दखलअंदाजी की जाए। पर तुहानूं दस दईए कि कैप्टन सरकार वालों यह गल साफ कर दी गई है कि सारे रेलवे ट्रैक खाली ने। पर उधर रेलवे बोर्ड ने कहा है कि क्लीयरेंस सिर्फ माल गड्डियां लई नहीं बल्कि पैसेंजर ट्रेन वास्ते भी चाहिए है। ਤੇ ਤੁਹਾਨੂੰ ਦੱਸ ਦਈਏ ਕਿ ਫਿਲਹਾਲ 12 ਨਵੰਬਰ ਤੱਕ ਵੀ ਬ੍ਰੇਕ ਲੱਗੀ ਹੋਈ ਹੈ ਮਾਲ ਗੱਡੀਆਂ ਤੇ। ਇਸ ਦੇ ਨਾਲ ਹੀ ਪੈਸੇਂਜਰ ਟ੍ਰੇਨਸ ਵੀ ਨਹੀਂ ਚੱਲ ਰਹੀਆਂ। ਔਰ ਤੁਹਾਨੂੰ ਦੱਸ ਦਈਏ ਕਿ 22 ਅਕਤੂਬਰ ਨੂੰ ਟ੍ਰਾਇਲ ਵਜੋਂ ਟ੍ਰੇਨਾਂ ਚਲਾਈਆਂ ਗਈਆਂ ਸੀ, ਪਰ ਉਸ ਦੌਰਾਨ ਜਿਹੜਾ ਐਕਸਪੀਰੀਅੰਸ ਵਾਰ-ਵਾਰ ਸ਼ੇਅਰ ਕੀਤਾ ਗਿਆ ਸੀਗਾ ਰੇਲਵੇ ਬੋਰਡ ਦੇ ਚੇਅਰਮੈਨ ਵੱਲੋਂ ਕਿ ਉਸ ਦਿਨ ਵੀ ਦਿੱਕਤਾਂ ਆਈਆਂ ਸੀ ਔਰ ਅੱਗੇ ਵੀ ਦਿੱਕਤਾਂ ਦੇ ਸ਼ੰਕੇ ਉਹਨਾਂ ਵੱਲੋਂ ਲਗਾਤਾਰ ਜਤਾਏ ਜਾ ਰਹੇ ਨੇ। ਫਿਲਹਾਲ ਇਸ ਖਬਰ ਤੇ ਮੇਰੇ ਸਹਿਯੋਗੀ ਪੰਕਜ ਕਪਾਹੀ ਸਾਡੇ ਨਾਲ ਜੁੜੇ ਹੋਏ ਨੇ। ਪੰਕਜ, 12 ਨਵੰਬਰ ਦੀ ਤਾਰੀਖ ਹੁਣ ਅੱਗੇ ਵਧਾ ਦਿੱਤੀ ਗਈ है और माल गड्डियां फिलहाल 12 नवंबर तो पहला तक नहीं चलणगियां। की कुछ लगता है केंद्र और सूबे की टसल दे करके ही हजे तक भी सूबा मोहताज है माल गड्डियां तो? लगातार पंजाब सरकार की कोशिश है कि केंद्र सरकार के नाल राबता बना के ट्रेनां जिहड़ियां ने वो चलाईयां जा सकन। और कल अमित शाह जो देश के होम मिनिस्टर ने ਅਤੇ रेलवे मिनिस्टर ਦੇ ਨਾਲ पंजाब ਦੇ मैंबर पार्लीमेंट कांग्रेस ਵੱਲੋਂ मीटिंग भी की गई। 1.5 घंटा लगभग मीटिंग ਚੱਲੀ। लेकिन रेलवे ਦਾ ਤਰਕ ਹੈ, रेलवे ਦਾ ਕਹਿਣਾ ਹੈ ਕਿ ਜਦੋਂ ਤੱਕ ਪੂਰੀ ਤਰੀਕੇ ਦੇ ਨਾਲ ਆਵਾਜਾਈ ਖੁੱਲ ਨਹੀਂ ਜਾਏਗੀ, ਜਦੋਂ ਤੱਕ ਕਲੀਅਰੈਂਸ ਨਹੀਂ ਪੂਰੀ ਤਰੀਕੇ ਦੇ ਨਾਲ ਮਿਲ ਪਾਏਗੀ, ਉਦੋਂ ਤੱਕ ਟ੍ਰੇਨਾਂ ਨਹੀਂ ਚੱਲਣਗੀਆਂ। ਔਰ ਇਸੇ ਵਿਚਾਲੇ ਪੰਜਾਬ ਸਰਕਾਰ ਨੂੰ ਜਵਾਬ ਜਿਹੜਾ ਉਹ ਰੇਲਵੇ ਵੱਲੋਂ ਦਿੱਤਾ ਗਿਆ ਕਿ 12 ਤਰੀਕ ਤੱਕ ਯਾਨੀ ਕਿ 12 ਨਵੰਬਰ ਤੱਕ ਟ੍ਰੇਨਾਂ ਨਹੀਂ ਚੱਲਣਗੀਆਂ ਪੰਜਾਬ ਦੇ ਵਿੱਚ। और 12 नवंबर तो बाद स्थिति देखी जाएगी। अगर 12 नवंबर तो बाद स्थिति साफ होंदी हुई नजर आई तो 13 तो ट्रेनां चल सकती हैं। अगर इसे तरीके नाल किसान बैठे हुए नजर आए या फिर किसानों ने यही कहा कि सिर्फ माल गड्डियां चला लो और पैसेंजर ट्रेनां ना चलाओ, तो फिर उस तो बाद भी ट्रेनां जिहड़ियां ने अगे कैंसल हो सकती ने। लेकिन रेलवे का कहना है कि अगर ट्रैक पूरी तरीके नाल क्लीयर होणगे और पूरी तरीके नाल आवाजाही शुरू होएगी तो उस तो बाद ट्रेनां चलाईयां जाणगियां। जी तो पंकज, रेलवे ट्रैक्स ਜਿਹੜੇ ਨੇ ਜ਼ਿਆਦਾਤਰ ਕਲੀਅਰ ਨੇ ਔਰ ਹੁਣ ਧਰਨੇ ਜਿਹੜੇ ਕਿਸਾਨ ਉਹ ਪਾਰਕਿੰਗ ਲੋਟਸ ਦੇ ਵਿੱਚ ਦੇ ਰਹੇ ਨੇ, ਤਾਂ ਕੀ ਕੁਝ ਲੱਗਦਾ ਹੈ ਕਿ ਹੁਣ ਕੈਪਟਨ ਸਰਕਾਰ ਵੱਲੋਂ ਇੱਧਰ ਵੀ ਕਵਾਇਦ ਸ਼ੁਰੂ ਕੀਤੀ ਜਾਏਗੀ ਕਿ ਉਹਨਾਂ ਨੂੰ ਪਾਰਕਿੰਗ ਲੋਟਸ ਤੋਂ ਵੀ ਹਟਾਇਆ ਜਾਵੇ? ਨਵਜੋਤ, ਕਿਉਂਕਿ ਰੇਲਵੇ ਦਾ ਇਹ ਕਹਿਣਾ ਹੈ ਕਿ ਜੋ ਉਹਨਾਂ ਨੂੰ ਸਟੇਸ਼ਨ ਮਾਸਟਰ ਵੱਲੋਂ ਰਿਪੋਰਟ ਮਿਲਦੀ ਹੈ ਉਸ ਦੇ ਵਿੱਚ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਮਾਲ ਗੱਡੀਆਂ ਚੱਲ ਸਕਦੀਆਂ ਨੇ ਲੇਕਿਨ ਪੈਸੇਂਜਰ ਟ੍ਰੇਨਾਂ ਜਿਹੜੀਆਂ ਨੇ ਉਹ ਨਹੀਂ ਚੱਲ ਸਕਦੀਆਂ। ਤਾਂ ਇਸ ਵਿਚਾਲੇ ਇਸੇ ਵਜ੍ਹਾ ਕਰਕੇ ਰੇਲਵੇ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਪੂਰੀ ਤਰੀਕੇ ਨਾਲ ਸਟੇਸ਼ਨ ਖਾਲੀ ਨਹੀਂ ਹੋਣਗੇ ਔਰ ਕਿਸਾਨ ਇਹ ਨਹੀਂ ਕਹਿ ਦਿੰਦੇ ਕਿ ਪੂਰੀ ਜਿਹੜੀ ਹੈ ਮਾਲ ਗੱਡੀਆਂ ਤੋਂ ਇਲਾਵਾ ਪੈਸੇਂਜਰ ਟ੍ਰੇਨਾਂ ਵੀ ਚੱਲਣ, ਉਸ ਤੋਂ ਬਾਅਦ ਹੀ ਟ੍ਰੇਨਾਂ ਚੱਲ ਸਕਣਗੀਆਂ। ਔਰ ਸੋਰਸਿਸ ਦੇ ਹਵਾਲੇ ਤੋਂ ਇਹ ਵੀ ਨਵਜੋਤ ਜਾਣਕਾਰੀ ਮਿਲ ਰਹੀ ਹੈ ਕਿ ਜਲਦ ਇੱਕ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ ਉਹ ਬਣੇਗੀ ਜਿਸ ਵਿੱਚ सेंटर के मिनिस्टर होंगे, पंजाब के मिनिस्टर होंगे और ये दोवां दी कोऑर्डिनेशन कमेटी जिहड़ी है किसानां दे नाल पूरे मसले दे उत्ते गलबात करेगी। जी शुक्रिया पंकज इस खबर ते पूरी जानकारी वास्ते। ते तुहानूं दस दिए कि हजे फिलहाल 12 नवंबर तक माल गड्डियां नहीं चलणगियां, ब्रेक लगी हुई है। इस दे नाल ही कोऑर्डिनेशन कमेटी का भी गठन किया गया है जो कि इस मसले नूं जल्दी ही सुलझा लवेगी। उधर पंजाब दे विच ब्लैकआउट वर्गे आसार बने हुए ने। पंजाब दे विच दिवाली तो पहला ब्लैकआउट का खतरा मंडरा रहा है। माल गड्डियां ना चलण दे नाल बिजली संकट गहराया हुआ है क्योंकि कोड़ा सूबे दे विच ना आ रहा है और ना किसी तरह का कोई एक्सपोर्ट किया जा रहा है। इस करके सूबा बेहद मंदहाली चो गुजर रहा है, नुकसानिया जा रहा है। पूरी तरह दे नाल बंद ने पंजाब दे सारे थर्मल प्लांट। नैशनल ग्रिड तो बिजली खरीद रहा है पावरकॉम और यूरिया का भी संकट गहराया हुआ है। तो सरकारी स्टॉक दे विच लगभग यूरिया खत्म है।
ਤਾਂ ਤੁਹਾਨੂੰ ਦੱਸ ਦਈਏ ਕਿ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਕਿਸਾਨਾਂ ਨੂੰ ਯੂਰੀਆ ਦੀ ਵੀ ਲੋੜ ਹੋਵੇਗੀ, ਪਰ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਇੰਪੋਰਟ ਵੀ ਨਹੀਂ ਹੋ ਸਕਦਾ। ਤਾਂ ਯੂਰੀਆ ਦਾ ਸੰਕਟ ਵੀ ਗਹਿਰਾ ਰਿਹਾ। ਇਸ ਦੇ ਨਾਲ ਬਿਜਲੀ ਲਈ ਥਰਮਲ ਪਲਾਂਟਸ ਸਾਰੇ ਬੰਦ ਹੋ ਚੁੱਕੇ ਨੇ, ਤਾਂ ਹਜੇ ਵੀ ਮਾਲ ਗੱਡੀਆਂ ਦੇ ਚੱਲਣ ਤੇ ਤਸਵੀਰ ਸਾਫ਼ ਨਹੀਂ ਹੋ ਸਕੀ ਹੈ। ਤਾਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਪਹਿਲਾਂ ਸੂਬੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬਲੈਕਆਊਟ ਦਾ ਉਹਨਾਂ ਤੇ ਖਤਰਾ ਮੰਡਰਾ ਰਿਹਾ ਹੈ। ਹੋ ਸਕਦਾ ਹੈ ਬਿਜਲੀ ਦੇ ਕੱਟਸ ਵੀ ਵਧਾਏ ਜਾਣ। उधर पंजाब दे विच अजे भी स्कूल नहीं खुलणगे। सिक्ख्या मंत्री विजय इंदर सिंगला ने स्पष्ट करती है तस्वीर और स्कूल खोलण दी कोई संभावना नहीं है। विजय इंदर सिंगला वालों साफ कर दिता गया, स्टैंड ले लिया गया कि हजे स्कूल नहीं खोले जाएंगे। कोरोना अजे भी खत्म नहीं होया है और ऑनलाइन पढ़ाई नूं दित्ती जा रही है तरजीह, जो कि पिछले 7 महीनों तो चल रही है। 9वीं तो 12वीं तक दे स्कूल खोले ने, पर बच्चे बहुत घट आ रहे हैं क्योंकि माँ बाप दे विच भी इस गल नूं लैके टेंशन है। उन्हां दे अपने बच्चों की हेल्थ नूं लैके टेंशन दे विच ने माँ बाप, इसलिए 9वीं तो 12वीं तक दे स्कूल बेशक खोले गए ने, पर बच्चे बेहद घट आ रहे हैं। बच्चों के स्कूल दे लई मापियां दी सलाह जरूरी है। तो पंजाब सरकार ने अपना स्टैंड क्लीयर करता है कि हजे पंजाब दे विच स्कूल नहीं खोले जा सकते। हालांकि ऑनलाइन पढ़ाई उदां ही चलती रहेगी जिस तरह 7 महीनों तो चल रही सी, क्योंकि ज्यादातर जिहड़े सूबिया ने स्कूल खोले भी नहीं। अगर साउथ की भी गल की जाए, जिहड़े सूबिया ने स्कूल खोले ने उत्थे भी लगातार बच्चे कोरोना वायरस की चपेट विच आ रहे हैं। कोई संभावना नहीं है, बिकॉज असी ट्रायल की सी 9वीं तो लैके 12वीं तक। बहुत सारे पेरेंट्स ने हाले अपनी कंसेंट नहीं दी, तो इस करके जिहड़े स्कूल खोले हैं तो वो वाले स्कूलों भी आने वाले बच्चों की गिनती बहुत घट है। तो साडा भी पहले दिन तो फोकस यही है कि जिहड़ी ऑनलाइन एजुकेशन है वो साडा प्राइमरी मीडियम ऑफ एजुकेशन रहूगा या फोकस्ड मीडियम ऑफ एजुकेशन रहूगा। ये तो कुछ जिहड़े बच्चों को डाउट्स होंगे, जिहड़े बच्चों को लगता है कि साडियां करियर क्लासेस हैं, तो करियर क्लासेस करके असी सारे बच्चों को असी टीचर्स को फिजिकली पढ़ना चाहते हैं। असी उन्होंने अलाउ किया सी, क्योंकि ना इत्थे असी अटेंडेंस मैंडेटरी की है तो ना असी बच्चों के पेरेंट्स की कंसेंट तो बिना किसी को अलाउ किया, बिकॉज वी वॉन्ट टू फॉलो द कोविड गाइडलाइंस इशूड बाय द गवर्नमेंट ऑफ इंडिया एंड सबसीक्वेंटली इशूड बाय द स्टेट गवर्नमेंट मिनिस्ट्री ऑफ। ਤਾਂ ਕੋਰੋਨਾ ਕਾਲ ਦੇ ਵਿੱਚ ਬੱਚੇ ਆਨਲਾਈਨ ਪੜ੍ਹਾਈ ਹੀ ਕਰ ਰਹੇ ਨੇ ਔਰ ਆਨਲਾਈਨ ਪੜ੍ਹਾਈ ਨੂੰ ਹੱਲਾਸ਼ੇਰੀ ਦੇਣ ਲਈ ਪੰਜਾਬ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ। ਪੰਜਾਬ ਸਰਕਾਰ ਨੇ ਸਮਾਰਟ ਸਕੂਲਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਟੈਬਲੇਟ ਵੰਡਣ ਦੀ ਯੋਜਨਾ ਦਾ ਆਗਾਜ਼ ਕਰ ਦਿੱਤਾ ਹੈ। ਸੀਐਮ ਨੇ ਵਰਚੁਅਲ ਪ੍ਰੋਗਰਾਮ ਰਾਹੀਂ 1467 ਸਮਾਰਟ ਸਕੂਲਾਂ ਦੀ ਸ਼ੁਰੂਆਤ ਕੀਤੀ ਹੈ। ਸਕੂਲਾਂ ਦੇ ਲਈ ਮਿਸ਼ਨ 100% ਦੀ ਸ਼ੁਰੂਆਤ ਕੀਤੀ ਗਈ ਹੈ। ਸਰਕਾਰੀ ਸਕੂਲਾਂ ਦੇ ਵਿੱਚ 100% ਨਤੀਜੇ ਹੋਣ, ਇਸ ਦਾ ਟੀਚਾ ਹਾਸਲ ਕਰਨ ਵਾਸਤੇ ਇੱਕ ਕਵਾਇਦ ਕੀਤੀ ਗਈ ਹੈ। ਸਰਕਾਰੀ ਸਕੂਲਾਂ ਦੇ ਵਿੱਚ ਟੈਬਲੇਟ ਵੰਡਣ ਦੀ ਯੋਜਨਾ ਦਾ ਵੀ ਆਗਾਜ਼ ਹੋ ਚੁੱਕਿਆ ਹੈ। 372 ਸਰਕਾਰੀ ਸਕੂਲਾਂ ਦੇ ਵਿੱਚ 2625 ਟੈਬਲੇਟ ਵੰਡਣ ਦੀ ਯੋਜਨਾ ਰੱਖੀ ਗਈ ਹੈ। ਤਾਂ 5 ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਸੰਗਰੂਰ, ਬਰਨਾਲਾ, ਲੁਧਿਆਣਾ और ਮਲੋਟ ਦੀਆਂ ਇਹ ਤਸਵੀਰਾਂ ਨੇ। ਵੱਖ-ਵੱਖ ਥਾਵਾਂ ਤੇ ਸਮਾਰਟ ਸਕੂਲ ਦਾ ਆਗਾਜ਼ ਕੀਤਾ ਗਿਆ, ਇਨੋਗ੍ਰੇਸ਼ਨ ਕੀਤੀ ਗਈ ਹੈ और इस दी इनोग्रेशन सीएम कैप्टन अमरिंदर सिंह ने वर्चुअल समागम के राही की। और तुहानू दस दें कि कोरोना काल दे विच लगभग सारे ही बच्चे ऑनलाइन पढ़ाई ते डिपेंडेंट हो गए हैं, जिस नूं लैके हल्लाशेरी देण वास्ते स्मार्ट स्कूल बनाउण दी शुरुआत की गई। बच्चों नूं डिजिटली इक्विप करन दी शुरुआत की गई। हुण बच्चों कोल टैबलेट्स होणगे और बच्चे उससे ईजिली कोई भी पढ़ाई की कोई भी समस्या होंदी है उसका समाधान लभ सकते हैं। सीएम ने वर्चुअल प्रोग्राम की शुरुआत कर दी है। इस दौरान 1467 स्मार्ट स्कूलों की शुरुआत की गई है। 19,107 अपने टोटल स्कूल ने स्टेट के विच, ਉਹਦੇ ਵਿੱਚੋਂ 6,832 स्मार्ट स्कूल्स ने ਜਿਹੜੇ ਚੱਲ ਰਹੇ ਨੇ। ਉਹਦੇ ਵਿੱਚ ਅਸੀਂ ਇਸ ਸਾਲ 1467 ਆਪਾਂ ਨਵੇਂ ਸਕੂਲ ਇੱਥੇ स्मार्ट स्कूल की ऐड हो जाएंगे। और मतलब ये हो जाएगा तकरीबन 8 लाख के ऊपर और अद्धा 50% तक पहुँच जाएंगे इस काम से। और बजट की प्रपोजल है कि 100 करोड़ और देना ताकि होर असी ऐड कर सके अगले साल। मैं चाहूँगा कि अगले 2-3 साल असी 100% स्मार्ट स्कूल से अपना लैके लगे ताकि बच्चे होर और रेगुलराइजेशन ऑफ टीचर्स है। ਇਹਦਾ भी 14,064 टीचर असी कॉन्ट्रैक्चुअल जो से असी रेगुलराइज किए हैं। ये मेरा ख्याल थोड़ा महकमे ने तुहानू दस देना। सेल्फ डिफेंस फॉर फीमेल फिजिकल एजुकेशन ये बड़ा जरूरी काम है। अजकल जमाना ही हो गया, जो कुछ मैं देखना है मैं नहीं सोचता सी कि हिंदुस्तान के इस किस्म की गल्लां कदे होणगियां। कोई दिन नहीं पास होंदा अखबारां दे विच इह जिहियां घटनावां नहीं होंदियां।
ये बड़ी अफसोस की गल है कि हिंदुस्तान, ये साडा पंजाब जिथे इन्ना गूढ़ा साडा इतिहास रहा है, आज हम इस काम पे आ गए हैं। सो जो तुहानूं टीचर्स नूं सिखा रहे हैं कराटे, प्लीज़ सीखो ताकि प्रोटैक्शन तुसीं अपनी भी और अपने बच्चों की और सारिਆਂ ਦੀ कर सको। दूजी जी मैं कहना चाहता सी कि फोर्थकमिंग रिक्रूटमेंट की तुसीं अज कही है साडे मिनिस्टर साहब ने कि 83-93 आपां कोर्स नवे कीते ने, वो प्राइमरी स्कूलों वास्ते फिल करने, तुसीं जल्दी इहनूं करो। उधर अगली वड्डी खबर सुपर पावर अमरीका तो आ रही है, जिथे कि जो बाइडन हुण अमरीका दे नवे राष्ट्रपति नियुक्त किए जाएंगे। डोनाल्ड ट्रंप नूं हरा के उन्होंने स्पष्ट बहुमत हासिल की है। अमरीका दे सब तो उम्रदराज राष्ट्रपति होंगे जो बाइडन। 78 साल दे बाइडन 2 बार उप राष्ट्रपति भी रह चुके ने। इस दे नाल ओबामा दे नाल 2008 और 2016 दे विच उप राष्ट्रपति वजों काम कर चुके ने। मौजूदा राष्ट्रपति दे 2 बार जितण दा रिकॉर्ड भी टुट चुका है। तां ट्रंप दे हारण दे नाल मौजूदा राष्ट्रपति दे 2 बार जितण दा रिकॉर्ड टुट चुका है। 28 साल दे विच डोनाल्ड ट्रंप पहले अजिहे राष्ट्रपति ने जो दूजी बार चोण नहीं जिते। अमरीकी चोण दे विच भारत दी बेटी ने भी इतिहास रच दिता है। भारतीय मूल दी कमला हैरिस पहली महिला उप राष्ट्रपति वजों नियुक्त की गई है। कमला हैरिस दी मां भारतीय अते पिता जमाइका मूल दे सन। जो बाइडन अते कमला हैरिस 20 जनवरी नूं सौं चुकणगे। मौजूदा राष्ट्रपति डोनाल्ड ट्रंप हार मनण नूं तैयार नहीं है। तो तुहानूं दस दे कि मौजूदा राष्ट्रपति डोनाल्ड ट्रंप अपनी हार स्वीकार नहीं कर रहे। उन्होंने इस दे विच कुछ ना कुछ लूप होल नजर आ रहा है। और तुहानूं दस दे कि 28 साल दे विच डोनाल्ड ट्रंप पहले अजिहे राष्ट्रपति ने जो दूजी बार चोण नहीं जिते। और फिलहाल जो बाइडन राष्ट्रपति चोण जित चुके ने। तो भारत विच भी कई लोगों ने उन्होंने मुबारकबाद दी है। कई सियासी शख्सियतां ने उन्होंने मुबारकबाद दी। इस दे नाल जो बाइडन ने अपनी जित ते भी ट्वीट किया है। जो बाइडन लिखते ने, अमेरिका तुसीं साडे महान देश की अगवाई करन लई मैनूं चुनिया। इस नाल मैं सन्मानित महसूस कर रहा हाँ। अगे दा काम मुश्किल जरूर है, पर मैं तुहानूं वादा करदा हाँ मैं सारे अमरीकियां दा राष्ट्रपति बनांगा। भावें तुसीं मैनूं अपना वोट दिता होवे जां नहीं दिता होवे, तुसीं मेरे ते जो भरोसा जताया है मैं उसनूं कायम रखांगा। तां जो बाइडन ने लोकां दा धन्नवाद कीता है, अपने वोटर्स का धन्नवाद किया। इस दे नाल ही एक इतिहास रचिया है। तुहानूं दस दे कि जो बाइडन 2008 और 2016 विच ओबामा दी लीडरशिप दे विच उप राष्ट्रपति भी रह चुके ने। इस दे नाल ही जो बाइडन दी इस जित ते प्रधानमंत्री नरेंद्र मोदी का ट्वीट भी आया है। प्रधानमंत्री नरेंद्र मोदी वालों लिखिया गया है, पीएम मोदी ने बाइडन अते हैरिस नूं बधाई दित्ती है और इस दे नाल ही मिलके काम करन लई उत्साहित हां। प्रधानमंत्री नरेंद्र मोदी वालों एक गल कही गई है। भारत अमरीका संबंध होर मजबूत होणगे। इस दे नाल ही जो बाइडन शानदार जित दे लई तुहानूं वधाई। बतौर उप राष्ट्रपति भारत अमरीका संबंधां नूं मजबूत करन दे विच तुहाडा योगदान महत्वपूर्ण सी। मैं भारत अमरीका संबंधां नूं होर उचाइयां ते लिजाउण लई एक बार फिर मिलके काम करन लई उत्साहित हां। ਤਾਂ ਵਧਾਈ ਦੇ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਬਾਈਡਨ ਦੀ ਇਸ ਜਿੱਤ ਤੇ। ਇਸ ਦੇ ਨਾਲ ਹੀ ਅੱਗੇ ਲਿਖਦੇ ਨੇ ਕਿ ਦਿਲੋਂ ਵਧਾਈ ਕਮਲਾ ਹੈਰਿਸ, ਤੁਹਾਡੀ ਸਫਲਤਾ ਮੋਹਰੀ ਹੈ। ਇਹ ਸਾਰੇ ਭਾਰਤੀ ਅਮਰੀਕੀਆਂ ਲਈ ਇੱਕ ਬਹੁਤ ਮਾਣ ਵਾਲੀ ਗੱਲ ਹੈ। ਮੈਨੂੰ ਭਰੋਸਾ ਹੈ ਕਿ ਤੁਹਾਡੇ ਸਮਰਥਨ ਅਤੇ ਅਗਵਾਈ ਦੇ ਨਾਲ ਭਾਰਤ ਅਮਰੀਕਾ ਸੰਬੰਧ ਹੋਰ ਵੀ ਮਜ਼ਬੂਤ ਹੋਣਗੇ ਅਤੇ ਜੀਵੰਤ ਹੋਣਗੇ। ਤਾਂ ਭਾਰਤ ਦੀ ਜੜ੍ਹਾਂ ਦੇ ਨਾਲ ਜੁੜੇ ਹੋਏ ਨੇ ਕਮਲਾ ਹੈਰਿਸ ਔਰ ਪਹਿਲੇ ਮਹਿਲਾ ਉਪ ਰਾਸ਼ਟਰਪਤੀ ਵਜੋਂ ਨਿਯੁਕਤੀ ਹੋਈ ਹੈ, ਜਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਵੀ ਟਵੀਟ ਸਾਹਮਣੇ ਆਇਆ, ਜੋ ਕਿ ਲਿਖਦੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਨੂੰ ਵਧਾਈ। ਮੈਨੂੰ ਭਰੋਸਾ ਹੈ ਕਿ ਉਹ ਅਮਰੀਕਾ ਨੂੰ ਇਕਜੁੱਟ ਕਰਨਗੇ ਅਤੇ ਇੱਕ ਸਪਸ਼ਟ ਦਿਸ਼ਾ ਦਾ ਮਜ਼ਬੂਤ ਭਰੋਸਾ ਦੇਣਗੇ। ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੂੰ ਵੀ ਵਧਾਈ। ਸਾਨੂੰ ਮਾਣ ਹੈ ਕਿ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਦੀਆਂ ਜੜ੍ਹਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਨੇ। ਤਾਂ ਵਧਾਈ ਦੇ ਰਹੇ ਨੇ ਰਾਹੁਲ ਗਾਂਧੀ ਕਾਂਗਰਸੀ ਆਗੂ, ਜੋ ਕਿ ਕਹਿ ਰਹੇ ਨੇ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਕਮਲਾ ਹੈਰਿਸ ਦੀਆਂ ਜੜ੍ਹਾਂ ਭਾਰਤ ਦੇ ਨਾਲ ਜੁੜੀਆਂ ਨੇ ਔਰ ਇੱਕ ਨਵਾਂ ਇਤਿਹਾਸ ਭਾਰਤ ਦੀ ਇਸ ਧੀ ਨੇ ਰਚਿਆ ਹੈ। ਤੁਹਾਨੂੰ ਦੱਸ ਦੇ ਕਿ ਕਮਲਾ ਹੈਰਿਸ ਦੀ ਮਾਂ ਭਾਰਤੀ ਮੂਲ ਤੋਂ ਸਨ। ਇਸ ਦੇ ਨਾਲ ਹੀ ਉਹਨਾਂ ਦੇ ਪਿਤਾ ਜਮਾਇਕਾ ਮੂਲ ਤੋਂ ਸਨ।
ਜੋ ਬਾਈਡਨ ਦੀ ਇਸ ਜਿੱਤ ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਟਵੀਟ ਵੀ ਸਾਹਮਣੇ ਆਇਆ ਹੈ। ਉਹ ਲਿਖਦੇ ਨੇ, ਸੰਯੁਕਤ ਰਾਜ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵਧਾਈ। ਇਤਿਹਾਸ ਰਚਦਿਆਂ ਕਮਲਾ ਹੈਰਿਸ ਦੇ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣਨ ਤੇ ਸਾਨੂੰ ਸਾਰਿਆਂ ਨੂੰ ਮਾਣ ਹੈ। ਇਸ ਨਾਲ ਹੀ ਸੁਖਬੀਰ ਬਾਦਲ ਅਕਾਲੀ ਦਲ ਦੇ ਆਗੂ ਵੱਲੋਂ ਵੀ ਲਿਖਿਆ ਗਿਆ ਹੈ, ਭਾਰਤੀ ਮੂਲ ਦੀ ਇੱਕ ਮਹਿਲਾ ਨੂੰ ਅਮਰੀਕਾ ਦੇ ਵਿੱਚ ਉਪ ਰਾਸ਼ਟਰਪਤੀ ਦੀ ਚੋਣ ਜਿੱਤਦੇ ਦੇਖਣਾ ਬਹੁਤ ਚੰਗਾ ਲੱਗ ਰਿਹਾ ਹੈ। ਅਮਰੀਕਾ ਦੇ ਇਤਿਹਾਸ ਦੇ ਵਿੱਚ ਇੰਨੇ ਵੱਡੇ ਅਹੁਦੇ ਤੇ ਕਾਬਜ਼ ਹੋਣ ਵਾਲੀ ਪਹਿਲੀ ਮਹਿਲਾ, ਬਹੁਤ ਖੂਬ। ਕਮਲਾ ਹੈਰਿਸ ਇੱਕ ਮੁਸ਼ਕਿਲ ਜਿੱਤ ਦੇ ਲਈ ਜੋ ਬਾਈਡਨ ਨੂੰ ਵਧਾਈ। ਤਾਂ तमाम पंजाब ਦੇ ਔਰ ਦੇਸ਼ ਦੀ ਸਿਆਸੀ ਸ਼ਖਸੀਅਤਾਂ ਨੇ ਜੋ ਬਾਈਡਨ ਨੂੰ ਔਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵਧਾਈ ਦਿੱਤੀ ਹੈ। ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਕਮਲਾ ਹੈਰਿਸ ਵੱਲੋਂ ਰਚਿਆ ਗਿਆ ਹੈ। ਤੁਹਾਨੂੰ ਦੱਸ ਦੇਈਏ, ਕਮਲਾ ਹੈਰਿਸ ਦੀਆਂ ਜੜ੍ਹਾਂ ਹਿੰਦੁਸਤਾਨ ਦੇ ਨਾਲ ਜੁੜੀਆਂ ਹੋਈਆਂ ਨੇ। ਉਹਨਾਂ ਦੀ ਮਾਂ ਭਾਰਤੀ ਸਨ, ਇਸ ਦੇ ਨਾਲ ਹੀ ਉਹਨਾਂ ਦੇ ਪਿਤਾ ਜਮਾਇਕਾ ਮੂਲ ਦੇ ਨੇ। ਔਰ ਤੁਹਾਨੂੰ ਇਹ ਦੱਸ ਦਈਏ ਕਿ ਟਰੰਪ ਨੂੰ ਹਰਾ ਕੇ 78 ਸਾਲ ਦੇ ਜੋ ਬਾਈਡਨ ਰਾਸ਼ਟਰਪਤੀ ਬਣ ਚੁੱਕੇ ਨੇ ਅਮਰੀਕਾ ਦੇ। ब्रेक तो बाद एक बार फिर तो स्वागत है। हुण खबर बिहार चोणां दे नाल जुड़ी हुई है, जिस दी प्रक्रिया पूरी हो चुकी है। तां बिहार दे विच हुण चोण प्रक्रिया पूरी होण तो बाद एग्जिट पोल दे आंकड़े भी सामने आउण लग गए ने। तां एग्जिट पोल दी मन्नीए तां बिहार दे विच एनडीए दी विदाई दे संकेत लग रहे ने। टुडेज चाणक्य दे एग्जिट पोल दे विच संकेत लगाए जा रहे ने कि एनडीए दी छेती ही विदाई होण जा रही है। एग्जिट पोल दे विच महागठजोड़ नूं बंपर बहुमत मिल रही है और महागठजोड़ नूं 180 सीटां मिलण दा अनुमान लगाया जा रहा है। 55 सीटां ते सिमट सकती है बीजेपी जेडीयू। जनता दल यूनाइटेड दी अलायंस बीजेपी दे नाल इस वेले पिछे चल रही है। और टुडेज चाणक्य दे अगर एग्जिट पोल्स दी मन्नी जाए तां एनडीए दी विदाई दे संकेत लग रहे ने। एग्जिट पोल दे विच महागठजोड़ नूं बंपर बहुमत मिल रही है। महागठजोड़ नूं 180 सीटां मिलण दा अनुमान जताया जा रहा है। हालांकि गल बीजेपी जेडीयू दी कीती जावे तां महज 55 सीटां ते ही सिमट सकदी है बीजेपी जेडीयू। ਤੁਹਾਨੂੰ ਦੱਸ ਦਈਏ ਕਿ ਬਿਹਾਰ ਦੇ ਵਿੱਚ VOTING ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਐਗਜ਼ਿਟ ਪੋਲ ਦੇ ਅੰਕੜੇ ਆਉਣੇ ਵੀ ਸ਼ੁਰੂ ਹੋ ਗਏ ਨੇ। ਐਗਜ਼ਿਟ ਪੋਲ ਦੀ ਮੰਨੀ ਜਾਏ ਤੇ ਮਹਾਗਠਜੋੜ ਨੂੰ ਫਿਲਹਾਲ ਮਹਾਗਠਬੰਧਨ ਜਿਹੜਾ ਹੈ ਉਹ ਹੋ ਸਕਦਾ ਹੈ। ਮਹਾਗਠਜੋੜ ਨੂੰ 180 ਸੀਟਾਂ ਮਿਲਣ ਦਾ ਅਨੁਮਾਨ ਹੈ ਔਰ ਬੀਜੇਪੀ जेडीयू महज 55 सीटां ਤੇ ਹੀ ਸਿਮਟ ਕੇ ਰਹਿ ਗਈ ਹੈ। ਤਾਂ ਐਗਜ਼ਿਟ ਪੋਲ ਦੇ ਅੰਕੜਿਆਂ ਦੇ ਵਿੱਚ ਐਨਡੀਏ ਦੀ ਵਿਦਾਈ ਦੇ ਸੰਕੇਤ ਲਗਾਏ ਜਾ ਰਹੇ ਨੇ। अगर गल की जाए बीजेपी जेडीयू अलायंस की, तो 55 सीटां ते सिमट के रह रही है। इस दे नाल आरजेडी, कांग्रेस और महागठजोड़ की अगर गठबंधन की गल की जाए तो बहुमत महागठजोड़ नूं मिल रही है। उधर लगातार पंजाब दे विच फिलहाल पटाकियां ते बैन नहीं लगेगा। कोरोना वायरस और प्रदूषण नूं देखदे होए वख-वख सूबियां ने बैन लगाया पटाकियां ते, जिन्हां दे विच हरियाणा और चंडीगढ़ भी शामिल है, दिल्ली भी शामिल है। पर पंजाब दे विच फिलहाल पटाकियां ते बैन नहीं है। एनजीटी दे विच पंजाब सरकार ने जवाब दिता है, सूबे दे विच पटाकियां ते बैन लाउण दी लोड़ नहीं है। अक्तूबर महीने दे विच प्रदूषण दा पੱਧਰ सीमित रहा। पटाके चलाउण दी समा सीमा तय कीती गई है। दिवाली, गुरपुरब ते नवें साल ते पटाकियां लई नियम रखे गए ने। पंजाब सरकार ਵੱਲੋਂ अपना जवाब रखा गया है। दिल्ली, हरियाणा ते चंडीगढ़ दे विच पटाके बैन कर दिते गए ने और नैशनल ग्रीन ट्रिब्यूनल ने पंजाब समेत 4 सूबियां नूं नोटिस जारी कीता सी और इस नोटिस ते ही हुण पंजाब सरकार ने जवाब दिता है। पंजाब सरकार दे जवाब तो बाद नैशनल ग्रीन ट्रिब्यूनल ने फैसला सुरक्षित रख लिया है। 9 नवंबर नूं नैशनल ग्रीन ट्रिब्यूनल अपना फैसला जारी करेगा। ते तुहानूं दस दईए, इस तो पहला राजधानी दिल्ली, चंडीगढ़ और हरियाणा सारियां ने ही पटाकियां नूं बैन कर दिता सी। फिलहाल इस बुलेटिन में इन्ना ही। अगे भी खबरां दा सिलसिला न्यूज़ 18 ते लगातार जारी है।